गुड मॉर्निंग स्टूडेंट्स, वेलकम टू द क्लास। ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਚੈਪਟਰ ਨੰਬਰ 8 ਫੋਰਸ ਐਂਡ ਪ੍ਰੈਸ਼ਰ। ਹੁਣ ਸਭ ਤੋਂ ਪਹਿਲਾਂ ਦੇਖੋ ਫੋਰਸ ਕੀ ਹੁੰਦਾ ਹੈ। ਫੋਰਸ ਕੀ ਹੁੰਦਾ ਹੈ, ਕਿਸੇ ਵੀ ਬੋਡੀ ਨੂੰ ਅਗਰ ਕੋਈ ਬੋਡੀ ਰੁਕੀ ਹੋਈ ਹੈ, ਜਿਵੇਂ ਬॉल ਹੈ, ਬॉल ਨੂੰ ਮੂਵ ਕਰਵਾਉਣਾ, ਮੋਸ਼ਨ ਦੇ ਵਿੱਚ ਲੈ ਕੇ ਆਉਣਾ, ਉਹ ਕੀ ਹੁੰਦਾ ਫੋਰਸ। ਐਵੇਂ ਹੀ ਕਈ ਚੀਜ਼ ਅਗਰ ਮੋਸ਼ਨ ਦੇ ਵਿੱਚ ਹੈ ਉਸ ਨੂੰ ਰੋਕਣਾ, ਉਹ ਵੀ ਆਪਾਂ ਫੋਰਸ ਦੇ ਨਾਲ ਕਰਦੇ ਹਾਂ। ਕਿਸੇ ਚੀਜ਼ ਨੂੰ ਆਪਾਂ ਨੇ ਚੱਕਣਾ ਹੈ, ਉਹ ਵੀ ਆਪਾਂ ਫੋਰਸ ਦੇ ਨਾਲ ਕਰਦੇ ਹਾਂ। ਦੇਖੋ, when you kick a ball it moves and stops after covering some distance. A player while taking a penalty kick the ball towards the goal and the goalkeeper either stops the ball or deflects its way. Sometimes a player kicks the moving ball in the direction of motion and the ball starts moving faster. ਹੁਣ ਇਹ ਦੇਖੋ, ਇਹ ਸਾਰੇ ਕੰਮ ਜਿਹੜੇ ਹੋ ਰਹੇ ਨੇ। ਹੁਣ ਅਗਰ ਬॉल ਤੁਸੀਂ ਗਰਾਊਂਡ ਦੇ ਵਿੱਚ ਜਦੋਂ ਖੇਡਦੇ ਹੋ, ਤੁਸੀਂ ਦੇਖਿਆ ਹੋਣਾ, ਅਗਰ ਫੁੱਟਬਾਲ ਖੇਡ ਰਹੇ ਹੋ, ਕੋਈ ਬੱਚਾ ਬॉल ਗਰਾਊਂਡ 'ਚ ਜਦੋਂ ਰੁਕੀ ਹੋਈ ਹੁੰਦੀ ਹੈ ਉਹਨੂੰ ਕਿੱਕ ਕਰਦਾ, ਮੂਵ ਕਰਨ ਲੱਗ ਜਾਂਦੀ ਹੈ। ਦੂਸਰਾ ਪਲੇਅਰ ਹੈ, ਉਹ ਉਸ ਮੂਵ ਕਰਦੀ ਹੋਈ ਬॉल ਨੂੰ ਰੋਕਦਾ ਹੈ ਮੋਸ਼ਨ ਦੇ ਨਾਲ। ਐਵੇਂ ਹੀ ਕੋਈ ਬੱਚਾ ਉਹ ਦੂਸਰੀ ਡਾਇਰੈਕਸ਼ਨ ਦੇ ਵਿੱਚ ਉਸ ਨੂੰ ਕਿੱਕ ਕਰ ਦਿੰਦਾ, ਉਹ ਵੀ ਮੋਸ਼ਨ ਦੇ ਕਰਕੇ ਉਹਦੀ ਡਾਇਰੈਕਸ਼ਨ ਚੇਂਜ ਹੋ ਰਹੀ ਹੈ। What makes a ball to move, stop its movement, changes its direction or makes it move faster? In all these situations, a force is responsible to move, stop, change the direction or make the ball move faster. A force increases the length of a rubber band, depresses a seat, shortens the size of a sponge on squeezing. What is force? What are its effects when it acts on a body? We will study this in this chapter. ਫੋਰਸ, ਅ ਪੁਸ਼ ਔਰ ਅ ਪੁੱਲ। ਫੋਰਸ ਕੀ ਹੈ, ਕਹਿੰਦੇ ਇੱਕ ਸਿੰਪਲ ਲੈਂਗੁਏਜ 'ਚ ਆ ਪੁਸ਼ ਔਰ ਪੁੱਲ। ਪੁਸ਼ ਹੁੰਦਾ ਕਿਸੇ ਚੀਜ਼ ਨੂੰ ਧੱਕਾ ਦੇਣਾ ਔਰ ਪੁੱਲ ਹੁੰਦਾ ਆਪਣੇ ਵੱਲ ਖਿੱਚਣਾ। Activity 8.1 Identify the actions as push or pull. In table 8.1, a few examples of live situations are given. Try to identify the actions involved in each and classify the action as push or pull and record the observations. देखो, moving a book ਪਲੇਸਡ ਔਨ ਅ ਟੇਬਲ, ਇਹ ਕੀ ਹੈ? ਹੁਣ ਇਹਨੂੰ ਆਪਾਂ ਆਪਣੇ ਵੱਲ ਖਿੱਚ ਵੀ ਸਕਦੇ ਹਾਂ, ਬੁੱਕ ਨੂੰ ਪੁੱਲ ਵੀ ਕਰ ਸਕਦੇ ਹਾਂ, ਪੁਸ਼ ਵੀ ਕਰ ਸਕਦੇ ਹਾਂ, ਆਪਣੇ ਤੋਂ ਦੂਰ ਵੀ ਕਰ ਸਕਦੇ ਹਾਂ। ਲਿਫਟਿੰਗ ਕੀ ਹੁੰਦਾ ਹੈ, ਬੁੱਕ ਨੂੰ ਚੱਕਣਾ, ਚੱਕ ਵੀ ਸਕਦੇ ਹਾਂ। ਤਾਂ ਇਹ ਜਿਹੜਾ ਐਕਸ਼ਨ ਹੈ ਇਹ ਪੁਸ਼ ਔਰ ਪੁੱਲ ਦੋਨਾਂ 'ਚ ਆਏਗਾ। ਓਪਨਿੰਗ ਔਰ ਸ਼ਟਿੰਗ ਅ ਡੋਰ, ਤੁਸੀਂ ਦੇਖਿਆ ਹੋਊਗਾ ਜਦੋਂ ਮੌਲਸ ਜਾਂ ਸ਼ੌਪ 'ਤੇ ਜਾਂਦੇ ਹਾਂ ਤਾਂ ਉੱਥੇ ਡੋਰ ਦੇ ਉੱਪਰ ਪੁਸ਼ ਔਰ ਪੁੱਲ ਦੋਨੋਂ ਲਿਖੇ ਹੁੰਦੇ ਨੇ। ਆਪਾਂ ਉਹਨੂੰ ਆਪਣੇ ਵੱਲ ਖਿੱਚ ਕੇ ਵੀ ਖੋਲ੍ਹ ਸਕਦੇ ਹੋ, ਆਪੋਜ਼ਿਟ ਡਾਇਰੈਕਸ਼ਨ 'ਚ ਪੁਸ਼ ਕਰਕੇ ਧੱਕਾ ਦੇ ਕੇ ਵੀ ਡੋਰ ਖੁੱਲ੍ਹ ਜਾਂਦਾ ਹੈ। ਤਾਂ ਓਪਨਿੰਗ ਔਰ ਸ਼ਟਿੰਗ ਅ ਡੋਰ ਵੀ ਪੁਸ਼ ਔਰ ਪੁੱਲ ਦੋਨਾਂ ਦੇ ਐਗਜ਼ਾਮਪਲਸ ਨੇ। ਹੁਣ ਇਹ ਬਾਕੀ ਸਾਰੇ ਤੁਸੀਂ ਆਪ ਫਿਲ ਕਰੋ, ਟਰਾਈ ਕਰਨਾ ਵੀ ਇਹ ਪੁਸ਼ ਦੇ ਵਿੱਚ ਆਏਗਾ ਜਾਂ ਪੁੱਲ ਦੇ ਵਿੱਚ ਆਏਗਾ। ਫਰੋਮ ਦਿਸ ਅਬਵ ਐਕਟੀਵਿਟੀ ਅਬਜ਼ਰਵ ਦੈਟ ਪੁਸ਼ ਔਰ ਪੁੱਲ or both are needed to move an object or change its direction of motion or to stop its motion. ਹੁਣ ਪੁਸ਼ ਔਰ ਪੁੱਲ ਦੋਨੋਂ ਕੀ ਚੀਜ਼ਾਂ ਕਰ ਰਹੇ, ਜਾਂ ਤਾਂ ਕੋਈ ਬੋਡੀ ਜਿਹੜੀ ਕੋਈ ਚੀਜ਼ ਜਿਹੜੀ ਰੁਕੀ ਹੋਈ ਆ ਉਹਨੂੰ ਮੋਸ਼ਨ 'ਚ ਲੈ ਕੇ ਆ ਰਹੇ ਨੇ, ਜਿਹੜੀ ਚੀਜ਼ ਮੂਵ ਕਰ ਰਹੀ ਆ ਉਹਨੂੰ ਰੋਕ ਰਹੇ ਨੇ, ਜਾਂ ਫਿਰ ਡਾਇਰੈਕਸ਼ਨ ਚੇਂਜ ਕਰਾ ਰਹੇ ਨੇ। It is push or pull on the body which imparts motion, stop or changes the direction of motion of the body. Therefore, any pull or push which acts on a body which either generates motion in it or stops its motion or changes its direction of motion is called a force. ਕੋਈ ਪੁੱਲ ਜਾਂ ਪੁਸ਼ ਜਿਹੜੀ ਕਿਸੇ ਚੀਜ਼ ਨੂੰ ਮੂਵ ਕਰਵਾਵੇ, ਮੂਵ ਕਰਦੀ ਹੋਈ ਚੀਜ਼ ਨੂੰ ਰੋਕ ਕੇ ਜਾਂ ਫਿਰ ਉਹਦੀ ਡਾਇਰੈਕਸ਼ਨ ਚੇਂਜ ਕਰੇ, ਉਹਨੂੰ ਕੀ ਕਿਹਾ ਜਾਂਦਾ ਹੈ? ਫੋਰਸ. Force is defined as a pull or push which acts on a body that changes or tends to change its initial state of rest, motion or direction of the motion. मतलब ਉਹਦੀ ਇਨੀਸ਼ੀਅਲ ਜੋ ਵੀ ਸਟੇਟ ਸੀ, ਚਾਹੇ ਰੁਕੀ ਹੋਈ ਸੀ, ਚਾਹੇ ਮੂਵ ਕਰ ਰਹੀ ਸੀ, ਜਾਂ ਜਿਹੜੀ ਡਾਇਰੈਕਸ਼ਨ 'ਚ ਮੂਵ ਕਰ ਰਹੀ ਸੀ, ਉਹਨੂੰ ਚੇਂਜ ਕਰਾ ਦਿੰਦਾ ਹੈ। ਕੌਣ? ਫੋਰਸ। ਫੋਰਸਿਸ ਆਰ ਡਿਊ ਟੂ ਇੰਟਰੈਕਸ਼ਨ। ਹੁਣ ਤੁਸੀਂ ਦੇਖੋ, ਫੋਰਸਿਸ ਆ ਜਿਹੜੇ ਵੀ ਨੇ, ਕੋਈ ਵੀ ਫੋਰਸ ਤਾਂ ਹੀ ਲੱਗਦਾ ਕਿ ਕੋਈ ਆਪਾਂ ਕਿਸੇ ਚੀਜ਼ ਨੂੰ ਧੱਕਾ ਦਿੰਦੇ ਹਾਂ। ਮਤਲਬ ਇੱਕ ਬੋਡੀ ਤਾਂ ਆਪਾਂ ਹੋ ਗਏ, ਦੂਸਰੀ ਬੋਡੀ ਉਹ ਜਿਸ ਨੂੰ ਆਪਾਂ ਪੁਸ਼ ਕੀਤਾ ਜਾਂ ਪੁੱਲ ਕੀਤਾ, ਤਾਂ ਦੋ ਬੋਡੀਜ਼ ਕੰਮ ਕਰ ਰਹੀਆਂ ਨੇ ਉਰੇ। ਇਹੀ ਆਪਾਂ ਇਸ 'ਚ ਸਮਝਣਾ ਹੈ ਵੀ ਫੋਰਸਿਸ ਆਰ ਡਿਊ ਟੂ ਇੰਟਰੈਕਸ਼ਨ। ਜਦੋਂ ਕੋਈ ਦੋ ਚੀਜ਼ਾਂ ਕੰਟੈਕਟ 'ਚ ਨੇ, ਮਤਲਬ ਇੱਕ ਦੂਸਰੇ ਨਾਲ ਇੰਟਰੈਕਟ ਕਰ ਰਹੇ ਨੇ, ਇੰਟਰੈਕਟ ਮਤਲਬ ਇੱਕ ਦੂਸਰੇ ਨਾਲ ਜੁੜੇ ਹੋਏ ਨੇ, ਤਾਂ ਹੀ ਫੋਰਸਿਸ ਕੰਮ ਕਰਦੇ ਨੇ। ਫੋਰਸਿਸ ਕਮਸ ਇਨਟੂ ਪਲੇ ਵੈਨ ਐਟ ਲੀਸਟ ਟੂ ਬੋਡੀਜ਼ ਇੰਟਰੈਕਟ। ਇਹਦੀ ਫਸਟ ਐਗਜ਼ਾਮਪਲ ਦੇਖੋ, ਇਫ ਯੂ ਆਰ ਸਟੈਂਡਿੰਗ ਨੀਅਰ ਅ ਸਟੇਸ਼ਨਰੀ ਕਾਰ, can the car move due to your only presence?
Now you push the car. The car can begin to move in the same direction in which direction you are pushing. In this example, you are interacting with the car to move. ਹੁਣ ਇਹਦੇ ਵਿੱਚ ਦੇਖੋ, ਅਗਰ ਤੁਸੀਂ ਕਿਸੇ ਕਾਰ ਦੇ ਕੋਲ ਖੜੀ ਹੈ ਕੋਈ ਕਾਰ, ਉਸ ਦੇ ਕੋਲ ਜਾ ਕੇ ਖੜੇ ਹੋ ਜਾਓ ਤਾਂ ਉਹ ਆਪ ਨਾਲ ਮੂਵ ਕਰੇਗੀ ਨਹੀਂ। ਕਿਵੇਂ ਮੂਵ ਕਰ ਸਕਦੇ ਹੋ? ਅਗਰ ਉਸਨੂੰ ਪੁਸ਼ ਕਰੀਏ, ਪੁਸ਼ ਮੀਨਸ ਧੱਕਾ ਦੇਣਾ ਸਟਾਰਟ ਕਰ ਦਿਓ ਜੇ, ਤਾਂ ਕਾਰ ਮੂਵ ਕਰਨ ਲੱਗ ਜਾਏਗੀ ਉਸੇ ਡਾਇਰੈਕਸ਼ਨ 'ਚ ਜਿਸ 'ਚ ਤੁਸੀਂ ਧੱਕਾ ਦੇ ਰਹੇ ਹੋ। ਯਾਨੀ ਕਿ ਜਦੋਂ ਤੁਸੀਂ ਕਾਰ ਦੇ ਨਾਲ ਇੰਟਰੈਕਟ ਕੀਤਾ, ਉਹਦੇ ਕੰਟੈਕਟ 'ਚ ਆਏ, ਤਾਂ ਹੀ ਕਾਰ ਮੂਵ ਕਰਨ ਲੱਗੀ ਹੈ। ਲੈਟ ਅਸ ਟੇਕ ਅਨਦਰ ਐਗਜ਼ਾਮਪਲ ਵਾਈਲ ਪੁਸ਼ਿੰਗ। Example 2. In figure 8.4, two girls are pushing each other, and in figure 2.4b, two girls are pulling each other. देखो A ਦੇ ਵਿੱਚ ਇੱਕ ਦੂਸਰੇ ਨੂੰ ਧੱਕਾ ਦੇ ਰਹੀਆਂ ਨੇ, ਔਰ B ਦੇ ਵਿੱਚ ਇੱਕ ਦੂਸਰੇ ਨੂੰ ਖਿੱਚ ਰਹੀਆਂ ਨੇ। In both the cases, both girls are applying force on each other. From these examples, it is clear that at least two bodies must interact with each other for force to come into play. मतलब कोई दो बॉडीज़ ने, ਉਹਨਾਂ ਨੂੰ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਆਉਣਾ ਪਏਗਾ ਫੋਰਸ ਅਪਲਾਈ ਕਰਨ ਦੇ ਲਈ। ਸੋ ਫੋਰਸਿਸ ਕਮਸ ਇਨਟੂ ਪਲੇ ਵੈਨ ਐਟ ਲੀਸਟ ਟੂ ਆਬਜੈਕਟਸ ਇੰਟਰੈਕਟ ਵਿਦ ਵਨ ਅਨਦਰ। ਅੱਗੇ ਤੁਹਾਡੇ ਕੋਲ ਟੌਪਿਕ ਐਕਸਪਲੋਰਿੰਗ ਫੋਰਸਿਸ। एक्टिविटी है एक्टिविटी 8.2। टेक अ हैवी बॉक्स एंड ट्राई टू पुश द बॉक्स बाय योरसेल्फ। नाउ आस्क योर फ्रेंड टू पुश द सेम बॉक्स इन सेम डायरेक्शन। इन फर्स्ट केस फिगर देखो 8.5a, when you were pushing alone it was hard to move, and when you and your friend pushed the box jointly in the same direction it was easy to move। ਹੁਣ ਤੁਸੀਂ ਦੇਖੋ, ਅਗਰ ਤੁਸੀਂ ਇਕੱਲੇ ਕਿਸੇ ਚੀਜ਼ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਨਹੀਂ ਹਿਲਦੀ ਅਗਰ ਕੋਈ ਭਾਰੀ ਚੀਜ਼ ਹੈ। ਪਰ ਅਗਰ ਦੋ ਲੋਕ ਉਹਨੂੰ ਇਕੱਠੇ ਹਿਲਾਉਣ ਦੀ ਕੋਸ਼ਿਸ਼ ਕਰਨੀ, ਉਹਨੂੰ ਧੱਕਾ ਦੇਣ ਦੀ ਕੋਸ਼ਿਸ਼ ਕਰਨ, ਤਾਂ ਉਹ ਜਿਹੜਾ ਫੋਰਸ ਹੈ, ਉਹ ਐਨਰਜੀ ਉਹ ਜ਼ਿਆਦਾ ਲੱਗੂਗੀ, ਜਿਹਦੇ ਕਰਕੇ ਉਹ ਮੂਵ ਕਰ ਸਕਦੀ ਹੈ। ਹੁਣ ਜਦੋਂ ਦੋਨੋਂ ਸੇਮ ਡਾਇਰੈਕਸ਼ਨ 'ਚ ਫੋਰਸ ਅਪਲਾਈ ਕਰ ਰਹੇ ਹਾਂ, ਮਤਲਬ ਸੇਮ ਡਾਇਰੈਕਸ਼ਨ 'ਚ ਧੱਕਾ ਦੇ ਰਹੇ ਹਾਂ, ਤਾਂ ਉਹ ਬੋਡੀ ਮੂਵ ਕਰੇਗੀ ਅੱਗੇ ਨੂੰ। ਨਾਓ ਆਸਕ ਯੂਰ ਫਰੈਂਡ ਟੂ push the same box in opposite direction while you push the box in other direction। ਪਰ ਹੁਣ ਜੇ ਤੁਸੀਂ ਦੇਖੋ ਫਿਗਰ 8.5b, ਇਸ ਦੀ ਤਰ੍ਹਾਂ ਜੇ ਆਮਨੇ ਸਾਹਮਣੇ ਤੋਂ ਦੋ ਲੋਕ ਫੋਰਸ ਲਗਾਉਣ ਲੱਗ ਜਾਣਗੇ, ਤਾਂ ਜਿਹੜੀ ਬੋਡੀ ਹੈ, ਯਾਨੀ ਕਿ ਜਿਹੜਾ ਬਾਕਸ ਹੈ ਇਸ ਐਗਜ਼ਾਮਪਲ 'ਚ, ਮੂਵ ਨਹੀਂ ਕਰੂਗਾ। ਪਹਿਲੇ ਕੇਸ 'ਚ ਜੇ ਤੁਸੀਂ ਦੋਨੋਂ ਸੇਮ ਸਟਰੈਂਥ ਦੇ ਲੋਕ ਨੇ, ਜੇ ਇੱਕੋ ਵਰਗੀ ਸਟਰੈਂਥ ਦੇ ਲੋਕ ਨੇ, ਤਾਂ ਬਾਕਸ ਮੂਵ ਨਹੀਂ ਕਰੇਗਾ। ਪਰ ਅਗਰ ਕੋਈ ਵੱਡਾ ਹੈ ਜਾਂ ਐਡਲਟ ਬਾਕਸ ਨੂੰ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਔਰ ਇੱਕ ਬੱਚਾ ਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਜਿਸ ਡਾਇਰੈਕਸ਼ਨ 'ਚ ਐਡਲਟ ਅਪਲਾਈ ਕਰ ਰਿਹਾ ਹੈ ਫੋਰਸ, ਕਿਉਂਕਿ ਐਡਲਟ ਦੇ ਵਿੱਚ ਸਟਰੈਂਥ ਜ਼ਿਆਦਾ ਹੈ, ਉਹ ਜ਼ਿਆਦਾ ਸਟਰੋਂਗ ਨੇ, ਜ਼ਿਆਦਾ ਫੋਰਸ ਲਗਾਉਣਗੇ, ਤਾਂ ਉਹ ਉਸ ਡਾਇਰੈਕਸ਼ਨ 'ਚ ਮੂਵ ਕਰੇਗਾ ਜਿੱਧਰ ਫੋਰਸ ਜ਼ਿਆਦਾ ਲੱਗ ਰਹੀ ਹੈ। ਠੀਕ ਹੈ। ਹੁਣ ਦੇਖੋ ਦ ਗੇਮ ਆਫ ਟਗ ਆਫ ਵਾਰ। ਟਗ ਆਫ ਵਾਰ ਕੀ ਹੁੰਦਾ? ਰੱਸਾ ਕੱਸੀ ਦੀ ਗੇਮ। ਆਪਾਂ ਦੇਖਦੇ ਹਾਂ ਵੀ ਜਿਹੜੀ ਟੀਮ ਹੈ ਉਹ ਜ਼ਿਆਦਾ ਆਪਣੇ ਵੱਲ ਰੱਸੀ ਨੂੰ ਪੁੱਲ ਕਰ ਲੇ, ਖਿੱਚ ਲੇ, ਉਹ ਟੀਮ ਜਿੱਤ ਜਾਂਦੀ ਹੈ। ਇਹ ਵੀ ਕੀ ਹੈ? ਇੱਕ ਐਪਲੀਕੇਸ਼ਨ ਆਫ ਫੋਰਸਿਸ ਦੀ ਐਗਜ਼ਾਮਪਲ ਹੈ। ਇਨ ਦਿਸ ਗੇਮ ਟੂ ਟੀਮਸ ਪੁੱਲ ਐਟ ਅ ਰੋਪ ਇਨ opposite directions. The team applying larger force moves the rope and wins the game. When both the teams apply equal force, the rope does not move. ਹੁਣ ਜੇ ਦੋਨੋਂ ਟੀਮਸ ਬਰਾਬਰ ਸਟਰੈਂਥ ਦੀਆਂ ਹੋਣਗੀਆਂ, ਇੱਕੋ ਫੋਰਸ ਲਗਾਉਣਗੀਆਂ, ਫਿਰ ਤਾਂ ਜਿਹੜੀ ਉਹ ਰੱਸੀ ਆ ਉਹ ਮੂਵ ਹੀ ਨਹੀਂ ਕਰੂਗੀ। ਜਿਹੜੀ ਟੀਮ ਜ਼ਿਆਦਾ ਫੋਰਸ ਲਗਾਉਂਦੀ ਹੈ ਆਪਣੇ ਵੱਲ ਖਿੱਚਣ ਲਈ, ਪੁੱਲ ਕਰਨ ਲਈ, ਉਹਦੇ ਵੱਲ ਰੋਪ ਚਲੀ ਜਾਂਦੀ ਹੈ ਔਰ ਉਹ ਜਿੱਤ ਜਾਂਦਾ। ਫਰੋਮ ਥੀਜ਼ ਐਗਜ਼ਾਮਪਲਸ ਇਟ ਇਜ਼ ਕਲੀਅਰ ਦੈਟ ਇਫੈਕਟ ਆਫ ਫੋਰਸ ਗੈਟਸ ਐਡਿਡ ਵੈਨ ਫੋਰਸ ਐਕਟਸ ਇਨ ਦ ਸੇਮ ਡਾਇਰੈਕਸ਼ਨ। ਹੁਣ ਅਗਰ ਇੱਕ ਜਾਂ ਇੱਕ ਤੋਂ ਜ਼ਿਆਦਾ ਲੋਕ ਇੱਕੋ ਡਾਇਰੈਕਸ਼ਨ 'ਚ ਫੋਰਸ ਲਗਾ ਰਹੇ ਨੇ, ਤਾਂ ਉਹਨਾਂ ਸਾਰਿਆਂ ਦੀ ਜਿਹੜੀ ਐਨਰਜੀ ਹੈ, ਇਫੈਕਟ ਹੈ, ਉਹ ਐਡ ਹੋਏਗਾ ਤਾਂ ਫੋਰਸ ਜ਼ਿਆਦਾ ਲੱਗੂਗਾ। ਪਰ the effect of force gets reduced when the forces acts in opposite direction। ਪਰ ਜੇ ਆਮਨੇ ਸਾਹਮਣੇ ਤੋਂ opposite directions ਤੋਂ ਕੋਈ ਲੋਕ ਫੋਰਸ ਲਗਾ ਰਹੇ ਹੈ, ਤਾਂ ਉਹ ਫੋਰਸ ਉਸ ਡਾਇਰੈਕਸ਼ਨ 'ਚ ਲੱਗੇਗਾ ਜਿੱਥੇ ਨੈਟ ਫੋਰਸ ਜ਼ਿਆਦਾ। ਨੈਟ ਫੋਰਸ ਜ਼ਿਆਦਾ ਮੀਨਸ ਜਿਹੜੀ ਸਾਈਡ ਜ਼ਿਆਦਾ ਸਟਰੋਂਗ ਹੈ ਫੋਰਸ ਅਪਲਾਈ ਕਰਨ ਵਾਲਿਆਂ ਦੇ ਵਿੱਚੋਂ। ਠੀਕ ਹੈ। When you and your friend push the box in same direction, it becomes easy to move because forces gets added in the same direction. When you and your friend push in opposite direction, the force gets subtracted. ਤਾਂ ਜਦੋਂ ਆਪੋਜ਼ਿਟ ਡਾਇਰੈਕਸ਼ਨ 'ਚ ਆਪਾਂ ਫੋਰਸ ਲਗਾਉਂਦੇ ਹਾਂ ਨਾ, ਤਾਂ ਜਿਹੜਾ ਜ਼ਿਆਦਾ ਫੋਰਸ ਹੁੰਦਾ ਔਰ ਘੱਟ ਫੋਰਸ ਹੁੰਦਾ ਇੱਕ ਦੂਸਰੇ ਸਬਟਰੈਕਟ ਹੋ ਜਾਂਦੇ ਆ, ਤਾਂ ਜਿਹੜਾ ਨੈਟ ਫੋਰਸ ਬਚਦਾ
ਸਪੋਜ਼ A ਦਾ ਫੋਰਸ ਜ਼ਿਆਦਾ ਹੈ ਔਰ ਇੱਕ B ਹੈ ਜਿਹੜਾ ਫੋਰਸ ਅਪਲਾਈ ਕਰ ਰਿਹਾ। ਜੇ A ਦਾ ਜ਼ਿਆਦਾ ਹੈ ਤਾਂ ਆਪਾਂ ਜਦੋਂ A ਮਾਈਨਸ B ਫੋਰਸ ਕਰਾਂਗੇ, ਸਪੋਜ਼ ਇੱਕ ਨੇ 10 ਫੋਰਸ ਲਗਾਇਆ, ਇੱਕ ਨੇ 5 ਲਗਾਇਆ, ਤਾਂ ਆਪਾਂ 10 ਮਾਈਨਸ 5 ਫੋਰਸ ਲੱਗੂਗਾ। ਪਰ ਜੇ ਸੇਮ ਡਾਇਰੈਕਸ਼ਨ 'ਚ ਫੋਰਸ ਲਗਾ ਰਿਹਾ, ਇੱਕ ਦਾ 10 ਹੈ ਇੱਕ ਦਾ 5 ਹੈ, ਤਾਂ ਉਹ 10 + 5 15 ਬਣ ਜਾਂਦਾ, ਜਿਹਦੇ ਕਰਕੇ ਬਾਕਸ ਨੂੰ ਮੂਵ ਕਰਨਾ ਈਜ਼ੀ ਹੋ ਗਿਆ। ਜਿਹੜੀ ਆਪੋਜ਼ਿਟ ਡਾਇਰੈਕਸ਼ਨ 'ਚ ਸੀ ਉੱਥੇ ਇੱਕ ਤਾਂ ਲਗਾ ਰਿਹਾ 10 ਸਾਹਮਣੇ ਤੋਂ, ਦੂਸਰੀ ਸਾਈਡ ਤੋਂ ਲਗਾ ਰਿਹਾ 5, ਤਾਂ 10 ਮਾਈਨਸ 5 ਉੱਥੇ 5 ਹੀ ਰਹਿ ਜਾਊਗਾ ਫੋਰਸ। ਠੀਕ ਹੈ। The box will not move when both forces are equal and opposite or move in direction of larger force। ਹੁਣ ਅਗਰ ਦੋਨੋਂ ਹੀ ਫੋਰਸ ਜਿਹੜੇ ਆਪੋਜ਼ਿਟ ਡਾਇਰੈਕਸ਼ਨ 'ਚ ਲਗਾ ਰਹੇ ਨੇ ਆਮਨੇ ਸਾਹਮਣੇ ਤੋਂ, ਜੇ ਦੋਨੋਂ 10 ਫੋਰਸ ਲਗਾ ਰਹੇ ਨੇ ਤਾਂ ਬਾਕਸ ਹਿੱਲੂਗਾ ਹੀ ਨਹੀਂ, ਕਿਉਂਕਿ ਬਰਾਬਰ ਲੱਗ ਰਿਹਾ ਦੋਨੋਂ ਸਾਈਡ ਤੋਂ। Here net force is subtraction of smaller force from the larger force, showing net effect towards the larger force. Also notice that forces could be larger or smaller than the other. Larger is the force, larger will be its strength. So strength of force is expressed by its magnitude. We also saw that forces gets added in same direction and gets subtracted in opposite direction. So direction of a force is also important. Force is expressed by magnitude and direction. Magnitude ਹੁੰਦੀ ਹੈ ਮਤਲਬ ਕਿੰਨੀ ਵੈਲਿਊ ਦਾ ਫੋਰਸ ਹੈ, ਜਿਵੇਂ 10 ਕਹਿ ਦਈਏ ਆਪਾਂ 12 ਕਹਿ ਦਈਏ। If magnitude or direction of a force changes, the effect of force also changes. A force can change the state of motion. State of motion ਕੀ ਹੁੰਦੀ ਹੈ, ਮਤਲਬ ਅਗਰ ਕੋਈ ਚੀਜ਼ ਰੁਕੀ ਹੋਈ ਹੈ ਉਹਨੂੰ ਮੂਵ ਕਰਨ ਲਗਾ ਦਿੰਦੀ ਹੈ, ਅਗਰ ਕੋਈ ਚੀਜ਼ ਮੂਵ ਕਰ ਰਹੀ ਹੈ ਉਹਨੂੰ ਰੋਕ ਸਕਦੇ ਹੈ। When you kick a football to take a penalty kick, you apply force on the ball. Before being kicked, it was at rest and its speed was 0. ਪਹਿਲਾਂ ਤਾਂ ਉਹ ਰੁਕੀ ਹੋਈ ਸੀ, ਉਹਦੀ ਸਪੀਡ 0 ਸੀ। The applied force makes the ball move towards the goal. Suppose the goalkeeper dives or jumps up to save the goal. By his action, the goalkeeper tries to apply a force on the moving ball. Force applied by him can stop or deflect the ball, saving the goal being scored. If the goalkeeper succeeds in stopping the ball, the speed decreases to 0. ਪਹਿਲੇ ਪਲੇਅਰ ਨੇ ਉਹਨੂੰ ਕਿੱਕ ਕੀਤਾ ਤਾਂ ਉਹਦੀ ਕੁਛ ਸਪੀਡ ਐਡ ਹੋ ਗਈ, ਉਹ ਪਹਿਲਾਂ ਰੁਕੀ ਹੋਈ ਸੀ ਹੁਣ ਮੂਵ ਕਰਨ ਲੱਗ ਗਈ। ਐਵੇਂ ਜਦੋਂ ਗੋਲਕੀਪਰ ਨੇ ਗੋਲ ਪੈਣ ਤੋਂ ਰੋਕਣਾ ਸੀ ਤਾਂ ਉਹਨੇ ਕੀ ਕੀਤਾ, ਉਹਨੇ ਆਂਦੀ ਹੋਈ ਮੂਵ ਕਰਦੀ ਹੋਈ ਬੋਲ ਨੂੰ ਰੋਕ ਲਿਆ, ਸਟਾਪ ਕਰਤਾ, ਰੈਸਟ 'ਤੇ ਲੈ ਆਈ ਦੁਬਾਰਾ। ਤਾਂ ਇਹਨੂੰ ਕਹਿੰਦੇ ਨੇ ਸਟੇਟ ਆਫ ਮੋਸ਼ਨ। ਰੈਸਟ ਜਾਂ ਫਿਰ ਮੂਵਮੈਂਟ। ਰੈਸਟ ਹੁੰਦਾ ਰੁਕੀ ਹੋਈ ਚੀਜ਼, ਮੋਸ਼ਨ 'ਚ ਜਿਹੜੀ ਚੀਜ਼ ਮੂਵ ਕਰ ਰਹੀ ਹੈ। This observation suggests that force applied on an object may change its speed or direction. If a force is applied on the object in same direction of its motion, the speed of the object increases. If force is applied in direction opposite to direction of motion, then it results in decrease of the speed of the object. Can applied force change the direction of motion of an object? Let us find. ਹੁਣ ਜਿਹੜਾ ਇਹ ਫੋਰਸ ਹੈ ਇਹ ਡਾਇਰੈਕਸ਼ਨ ਆਫ ਮੋਸ਼ਨ ਵੀ ਚੇਂਜ ਕਰ ਸਕਦਾ। ਜਿਵੇਂ ਗੋਲਕੀਪਰ ਤੋਂ ਅਗਰ ਬਾਲ ਰੋਕੀ ਨਹੀਂ ਗਈ ਬਟ ਉਸਨੇ ਦੂਸਰੀ ਡਾਇਰੈਕਸ਼ਨ 'ਚ ਕਿੱਕ ਕਰਤੀ, ਤਾਂ ਪਹਿਲਾਂ ਅਗਰ ਉਹ ਨਾਰਥ ਵੱਲ ਜਾ ਰਹੀ ਸੀ ਤਾਂ ਹੁਣ ਹੋ ਸਕਦਾ ਵੈਸਟ ਵੱਲ ਚਲੀ ਗਈ ਹੋਵੇ। ਠੀਕ ਹੈ। In the game of cricket, a batsman sometimes only stops the ball and sometimes hit it hard across the boundary. In all these cases, the batsman applies force which changes the direction of the motion of the ball and increases or decreases the speed of the ball. Cricket ਦੀ ਗੇਮ ਹੈ, ਇਸ ਦੇ ਵਿੱਚ ਜਦੋਂ ਬੈਟਸਮੈਨ ਬਾਲ ਨੂੰ ਹਿੱਟ ਕਰਦਾ ਤਾਂ ਉਹਦੀ ਪਹਿਲੀ ਗੱਲ ਤਾਂ ਡਾਇਰੈਕਸ਼ਨ ਔਰ ਸਪੀਡ ਦੋਨੋਂ ਹੀ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ। Above examples clearly shows that force can change the initial state of body. Initial state of body मतलब पहला जिहड़ी state 'ਚ ਸੀ, जे रुकी हुई सी तां move कराती, move सी तां रोकती या ਉਹਦੀ direction change करती। Can force always change the state of motion? To answer this question, let us take an example. When we try to push a heavy box, we apply the force, but the box did not move. Also, when we try to push a wall, it will not move. The above examples show that many times force does not change the state of motion of the ball but tends to change. ਹੁਣ ਬਹੁਤ ਵਾਰੀ ਆਪਾਂ ਕੋਈ ਚੀਜ਼ ਨੂੰ ਮੂਵ ਕਰਾਉਣ ਦੀ ਕੋਸ਼ਿਸ਼ ਕਰਦੇ ਆਪਾਂ ਉਹ 'ਤੇ ਫੋਰਸ ਲਗਾਉਂਦੇ ਹਾਂ, ਪਰ
ਆਪਣਾ ਫੋਰਸ ਇੰਨਾ ਨਹੀਂ ਹੁੰਦਾ ਕਿ ਆਪਾਂ ਉਸ ਚੀਜ਼ ਨੂੰ ਮੂਵ ਕਰਾ ਸਕੀਏ। ਕੋਈ ਬਹੁਤ ਹੀ ਭਾਰੀ ਬਾਕਸ ਹੈ, ਡੱਬਾ ਹੈ, ਆਪਾਂ ਉਹਨੂੰ ਨਹੀਂ ਮੂਵ ਕਰਾ ਸਕਦੇ ਕਿਉਂਕਿ ਆਪਣਾ ਫੋਰਸ ਕਈ ਵਾਰ ਘੱਟ ਲਗਾ ਰਹੇ ਹੁੰਦੇ ਹਾਂ। ਹੁਣ ਵਾਲ ਹੈ, ਦੀਵਾਰ, ਉਹਨੂੰ ਤਾਂ ਆਪਾਂ ਮੂਵ ਹੀ ਨਹੀਂ ਕਰਾ ਸਕਦੇ ਕਿਉਂਕਿ ਆਪਣਾ ਫੋਰਸ ਬਹੁਤ ਘੱਟ ਹੈ ਵਾਲ ਦੀ ਸਟਰੈਂਥ ਨਾਲੋਂ। ਠੀਕ ਹੈ, ਹੁਣ ਇਸ ਤੋਂ ਅੱਗੇ ਦੇਖੋ ਐਕਟੀਵਿਟੀ 8.3 some situations have been given in column 1 of table 11.2 in which objects are not free to move. Column 2 of the table suggests the manner in which force can be applied on the object, while column 3 shows a diagram of the action. Try to observe the effect of force in as many situations as possible. You can also add similar situations using available materials from your environment. Note your observations in column 4 and 5 of the table. ਹੁਣ ਇਹ ਕੀ ਕਹਿ ਰਹੇ ਨੇ ਵੀ ਉਰੇ ਆਪਾਂ ਨੂੰ ਕੁਝ ਐਕਟੀਵਿਟੀਜ਼ ਦਿੱਤੀਆਂ ਹੋਈਆਂ ਨੇ ਔਰ ਕਾਲਮ B 'ਚ ਦੱਸਿਆ ਗਿਆ ਕਿ ਇਸ 'ਤੇ ਕਿਵੇਂ ਦਾ ਫੋਰਸ ਲੱਗ ਰਿਹਾ। ਪੂਰੇ ਡਾਇਗਰਾਮਸ ਦੇ ਨਾਲ ਵੀ ਆਪਾਂ ਨੂੰ ਇਹ ਚੀਜ਼ ਸਮਝਾਈ ਗਈ ਹੈ। ਆਪਾਂ ਇਹ ਦੱਸਾਂਗੇ ਕਿ ਇਸ ਦੇ ਵਿੱਚ ਉਹਦੀ ਸਟੇਟ ਆਫ ਮੋਸ਼ਨ ਚੇਂਜ ਹੋਊਗੀ ਜਾਂ ਨਹੀਂ ਹੋਊਗੀ। ਹੁਣ ਦੇਖੋ ਅ ਲੰਪ ਆਫ ਡੋ ਔਨ ਅ ਪਲੇਟ। ਤੁਸੀਂ ਦੇਖਿਆ ਤੁਹਾਡੇ ਮਦਰਸ ਨੂੰ ਆਟਾ ਗੁੰਨਦੇ ਹੋਏ, ਜਦੋਂ ਆਟਾ ਗੁੰਨ ਰਹੇ ਹੁੰਦੇ ਨੇ ਤਾਂ ਉਹਦੀ ਸਟੇਟ ਆਫ ਮੋਸ਼ਨ ਹੁਣ ਇਹ ਤਾਂ ਹੈ ਨਹੀਂ ਵੀ ਆਟਾ ਚੱਲਣ ਲੱਗ ਜਾਂਦਾ ਜਾਂ ਮੂਵਮੈਂਟ 'ਚ ਆ ਜਾਂਦਾ, ਤਾਂ ਸਟੇਟ ਆਫ ਮੋਸ਼ਨ ਤਾਂ ਚੇਂਜ ਨਹੀਂ ਹੋਊਗੀ। ਪਰ ਕੀ ਹੁੰਦਾ, ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈ। ਜਦੋਂ ਆਟਾ ਗੁੰਨਦੇ ਨੇ ਆਟੇ ਦੀ ਸ਼ੇਪ ਚੇਂਜ ਹੋ ਜਾਂਦੀ ਹੈ, ਤਾਂ ਉਰੇ ਕੀ ਆਊਗਾ, ਚੇਂਜ ਆਫ ਸਟੇਟ 'ਚ ਆਊਗਾ ਨੋ, ਚੇਂਜ ਇਨ ਸ਼ੇਪ ਯੈਸ। ਐਵੇਂ ਹੀ ਦੇਖੋ ਸਪਰਿੰਗ ਫਿਕਸਡ ਟੂ ਦ ਸੀਟ ਆਫ ਅ ਬਾਈਸਿਕਲ। ਸਾਈਕਲਸ ਦੀ ਸੀਟ 'ਤੇ ਇੱਕ ਸਪਰਿੰਗ ਦੇ ਨਾਲ ਸੀਟ ਫਿਕਸ ਕੀਤੀ ਹੁੰਦੀ ਆ ਉਹਨਾਂ ਨੇ। ਜਦੋਂ ਆਪਾਂ ਉਸਦੇ ਉੱਪਰ ਬੈਠਦੇ ਹਾਂ ਤਾਂ ਉਹ ਸਪਰਿੰਗ ਨੀਚੇ ਹੋ ਜਾਂਦਾ, ਜਦੋਂ ਖੜੇ ਹੋ ਜਾਂਦੇ ਤਾਂ ਸਪਰਿੰਗ ਖੁੱਲ੍ਹ ਜਾਂਦਾ। ਪਰ ਇਹ ਤਾਂ ਹੈ ਨਹੀਂ ਵੀ ਉਹ ਉੱਥੇ ਤੋਂ ਹਟ ਕੇ ਕਿਤੇ ਹੋਰ ਚਲਾ ਜਾਊਗਾ। ਇਸ ਕੇਸ 'ਚ ਵੀ ਸਟੇਟ ਆਫ ਮੋਸ਼ਨ ਤਾਂ ਚੇਂਜ ਨਹੀਂ ਹੋਈ, ਨੋ ਆਊਗਾ, ਪਰ ਸ਼ੇਪ ਚੇਂਜ ਹੋ ਜਾਂਦੀ ਹੈ। ਐਵੇਂ ਹੀ ਰਬੜ ਬੈਂਡ ਹੈ, ਉਹਨੂੰ ਜੇ ਤੁਸੀਂ ਖੋਲ੍ਹਣ ਦੀ ਕੋਸ਼ਿਸ਼ ਕਰੋ ਜਾਂ ਕਿਤੇ ਫਿਕਸ ਕਰਕੇ ਇੱਕ ਸਾਈਡ ਨੂੰ ਫਿਕਸ ਕਰਕੇ ਉਹਨੂੰ ਖਿੱਚੋ ਤਾਂ ਉਹਦੀ ਵੀ ਸ਼ੇਪ ਚੇਂਜ ਹੋਊਗੀ, ਸਟੇਟ ਆਫ ਮੋਸ਼ਨ ਚੇਂਜ ਨਹੀਂ ਹੋਊਗੀ। ਠੀਕ ਹੈ, ਹੁਣ ਲਾਸਟ ਤੁਸੀਂ ਖੁਦ ਸੋਲਵ ਕਰਨ ਦੀ ਟਰਾਈ ਕਰਨੀ ਹੈ। What do you conclude from these observations? What happens when you press inflated balloons with your palms? ਬੈਲੂਨ ਹੁੰਦੇ ਨੇ, ਜਦੋਂ ਆਪਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਸ਼ੇਪ ਹੀ ਚੇਂਜ ਹੁੰਦੀ ਹੈ। What happens when you press the rubber ball placed on the table? In the above examples, we see that when force is applied on an object, its shape may change. Force applied on an object may change its shape. In all the above examples and activities, you would have realized that a force may make an object move from rest, may stop the moving object, may increase or decrease the speed of the object, may change the direction of motion of the object, may change the shape of the object, may cause some or all of these effects. ਹੁਣ ਆਪਾਂ ਹਲੇ ਤੱਕ ਕੀ ਪੜ੍ਹਿਆ ਵੀ ਜਿਹੜਾ ਫੋਰਸ ਹੈ ਉਹ ਕੀ ਕਰ ਸਕਦਾ। ਕਿਸੇ ਆਬਜੈਕਟ ਨੂੰ ਰੈਸਟ ਤੋਂ, ਯਾਨੀ ਕਿ ਉਹ ਰੁਕਿਆ ਹੋਇਆ ਉਹਨੂੰ ਹਿਲਾ ਸਕਦਾ, ਹਿਲਦੇ ਹੋਏ ਜਿਹੜਾ ਮੂਵ ਕਰ ਰਿਹਾ ਉਹਨੂੰ ਸਟਾਪ ਕਰ ਸਕਦਾ, ਰੈਸਟ 'ਤੇ ਲੈ ਕੇ ਆ ਸਕਦਾ, ਸਪੀਡ ਨੂੰ ਘਟਾ ਜਾਂ ਵਧਾ ਸਕਦਾ, ਡਾਇਰੈਕਸ਼ਨ ਚੇਂਜ ਕਰ ਸਕਦਾ ਕਿਸੇ ਆਬਜੈਕਟ ਦੀ, ਜਾਂ ਫਿਰ ਸ਼ੇਪ ਚੇਂਜ ਕਰ ਸਕਦਾ ਕਿਸੇ ਆਬਜੈਕਟ ਦੀ, ਜਾਂ ਹੋ ਸਕਦਾ ਸਾਰੀ ਚੀਜ਼ਾਂ ਕਿਸੇ ਆਬਜੈਕਟ 'ਤੇ ਉਹ ਕਰ ਸਕੇ। ਠੀਕ ਹੈ, it is important to remember that none of the above effects can take place in the absence of force. ਪਰ ਫੋਰਸ ਤੋਂ ਬਿਨਾਂ ਇਹਨਾਂ 'ਚੋਂ ਕੁਛ ਨਹੀਂ ਹੋਊਗਾ। ਅਗਰ ਆਪਾਂ ਫੋਰਸ ਨਹੀਂ ਅਪਲਾਈ ਕਰਦੇ ਤਾਂ ਗਰਾਊਂਡ 'ਚ ਬਾਲ ਪਈ ਹੈ, ਆਪਣੇ ਆਪ ਥੋੜ੍ਹੀ ਹਿੱਲੂਗੀ ਉਹ। ਠੀਕ ਹੈ ਨਾ, ਜਾਂ ਫਿਰ ਬਾਲ ਮੂਵ ਕਰ ਰਹੀ ਹੈ, ਉਹ ਤਾਂ ਇੱਕੋ ਡਾਇਰੈਕਸ਼ਨ 'ਚ ਮੂਵ ਕਰੀ ਜਾਊਗੀ ਜਦ ਤੱਕ ਉਹਨੂੰ ਤੁਸੀਂ ਦੁਬਾਰਾ ਕਿੱਕ ਨਹੀਂ ਕਰੋਗੇ, ਦੂਸਰੀ ਡਾਇਰੈਕਸ਼ਨ ਦੇ ਵਿੱਚ ਨਹੀਂ ਭੇਜੋਗੇ। ਠੀਕ ਹੈ, ਉਸ ਤੋਂ ਅੱਗੇ ਆ ਗਿਆ ਆਪਣੇ ਕੋਲ ਟਾਈਪਸ ਆਫ ਫੋਰਸਿਸ। ਹੁਣ ਆਪਣੇ ਕੋਲ ਦੋ ਟਾਈਪਸ ਦੇ ਫੋਰਸਿਸ ਹੁੰਦੇ ਨੇ, ਕੰਟੈਕਟ ਫੋਰਸਿਸ ਅਤੇ ਨੋਨ ਕੰਟੈਕਟ ਫੋਰਸਿਸ। ਕੰਟੈਕਟ ਫੋਰਸਿਸ ਤਾਂ ਜਦ ਇੱਕ ਦੋ ਬਾਡੀਜ਼ ਕੰਟੈਕਟ ਦੇ ਵਿੱਚ ਨੇ, ਡਾਇਰੈਕਟ ਕੰਟੈਕਟ ਦੇ ਵਿੱਚ ਨੇ, ਆਪਾਂ ਹਿਲਾ ਰਹੇ ਹਾਂ ਕਿਸੇ ਚੀਜ਼ ਨੂੰ। ਔਰ ਨੋਨ ਕੰਟੈਕਟ ਫੋਰਸਿਸ ਹੁੰਦੇ ਨੇ ਜਿੱਥੇ ਦੋ ਬਾਡੀਜ਼ ਆਪਸ 'ਚ ਡਾਇਰੈਕਟ ਕੰਟੈਕਟ 'ਚ ਨਹੀਂ ਹੈਗੀਆਂ, ਸਿੱਧੇ ਕੰਟੈਕਟ 'ਚ ਨਹੀਂ ਹੈਗੀਆਂ। ਹੁਣ ਆਪਾਂ ਪਹਿਲਾਂ ਕਰਾਂਗੇ ਕੰਟੈਕਟ ਫੋਰਸਿਸ। When you kick a football on the ground, it will move. It will not move unless your foot is in contact with the ball. ਹੁਣ ਆਪਾਂ ਕਿਸੇ ਫੁੱਟਬਾਲ ਨੂੰ ਮੂਵ ਕਰਵਾਉਣਾ ਤਾਂ ਆਪਾਂ ਉਹਨੂੰ ਕਿੱਕ ਕਰਾਂਗੇ
अपने पैर दे नाल तां ही मूव करूगी। When you pick a book from a table with your hand, the book will be picked only when your hand touches the book। ਹੁਣ ਆਪਾਂ ਹੱਥ ਨਾਲ ਬੁੱਕ ਨੂੰ ਹੀ ਚੱਕਾਂਗੇ ਤਾਂ ਹੀ ਉਹ ਹਿੱਲੇਗੀ, ਨਹੀਂ ਬੁੱਕ ਤਾਂ ਪਈ ਹੈ ਆਪਣੇ ਆਪ ਤਾਂ ਆਪਣੀ ਪੋਜੀਸ਼ਨ ਚੇਂਜ ਕਰੂਗੀ ਨਹੀਂ ਉਹ। In all these cases, forces are generated when there is contact between two bodies. These type of forces are known as contact forces। ਹੁਣ contact forces ਦੀਆਂ ਵੀ ਅੱਗੇ types ਹੁੰਦੀਆਂ ਨੇ। ਪਹਿਲੀ type ਕੀ ਹੈ? muscular force। muscular force ਕੀ ਹੈ? ਜਿਹੜਾ ਆਪਣੇ muscles ਦੇ ਕਰਕੇ force ਹੁੰਦਾ ਹੈ। A rickshaw puller applies force to pull a rickshaw. If he applies force by using his muscles, animals apply muscular force in various tasks like pulling cart by bullocks। Muscular force is contact force as this force comes into play when there is contact between two bodies। For example, weight lifting, running, lifting of a suitcase। ਹੁਣ ਆਪਾਂ ਕੋਈ ਵੀ ਚੀਜ਼ ਨੂੰ ਚੱਕਣਾ ਹੈ, ਪੁਸ਼ ਕਰਨਾ ਹੈ, ਪੁੱਲ ਕਰਨਾ ਹੈ, ਆਪਣੇ ਮਸਲਸ ਦਾ ਜ਼ੋਰ ਲੱਗਦਾ ਹੈ ਨਾ। ਇਸ ਕਰਕੇ ਇਸ ਫੋਰਸ ਨੂੰ ਕੀ ਕਿਹਾ ਜਾਂਦਾ ਹੈ? ਮਸਕੂਲਰ ਫੋਰਸ। ਦੂਸਰੇ ਤਰ੍ਹਾਂ ਦਾ ਕੰਟੈਕਟ ਫੋਰਸ ਕੀ ਹੈ? ਫ੍ਰਿਕਸ਼ਨ। ਫ੍ਰਿਕਸ਼ਨ ਕੀ ਹੁੰਦਾ ਹੈ? ਫ੍ਰਿਕਸ਼ਨ ਇੱਕ ਤਰ੍ਹਾਂ ਦਾ ਫੋਰਸ ਹੁੰਦਾ ਹੈ ਜਿਹੜਾ ਆਪਾਂ ਅਗਰ ਤੁਸੀਂ ਕਿਸੇ ਚੀਜ਼ ਨੂੰ ਮੂਵ ਕਰਾ ਰਹੇ ਹੋ ਤਾਂ ਫ੍ਰਿਕਸ਼ਨ ਕੀ ਕਰੂਗਾ? ਉਹਨਾਂ ਦੋਨੋਂ ਆਬਜੈਕਟਸ ਦੇ ਵਿੱਚ मूवमेंट ਨੂੰ ਰੋਕਣ ਦੀ ਕੋਸ਼ਿਸ਼ ਕਰੂ। ਫॉर एग्जांपल देखो उरे, when you kick a football on the ground it will stop by its own after covering some distance। ਹੁਣ ਅਗਰ ਤੁਸੀਂ ਫੁੱਟਬਾਲ ਨੂੰ ਕਿਕ ਕੀਤਾ ਉਹ ਥੋੜੀ ਦੂਰ ਜਾ ਕੇ ਆਪਣੇ ਆਪ ਰੁਕ ਲੂਗੀ, ਉਹਨੂੰ ਰੋਕਿਆ ਤਾਂ ਨਹੀਂ ਹੈ ਕਿਸੇ ਨੇ। ਪਰ ਕੀ ਹੈ, ਜਿਹੜੀ ਗਰਾਊਂਡ ਔਰ ਬੋਲ ਦੇ ਵਿੱਚ ਫ੍ਰਿਕਸ਼ਨ ਹੈ, ਇਹ ਇੱਕ ਤਰ੍ਹਾਂ ਦਾ ਫੋਰਸ ਹੈ ਫ੍ਰਿਕਸ਼ਨ, ਇਹ ਉਹਨੂੰ ਰੋਕਦੀ ਹੈ। when an engine is switched off, a moving car gradually stops after covering some distance। When you stop pedaling a bicycle, it gradually slows down and finally comes to rest। In all these examples, no force appears to be acting on each case। In all these cases, objects come to rest after some time। What causes objects to change their state of motion? Would some force be acting on them? In which direction of force is acting? ਹੁਣ ਆਪਾਂ ਨੂੰ ਪਤਾ ਹੈ ਵੀ ਬਿਨਾਂ ਫੋਰਸ ਅਪਲਾਈ ਤਾਂ ਨਾ ਹੀ ਕੋਈ ਚੀਜ਼ ਆਪਣੇ ਆਪ ਮੂਵ ਕਰ ਸਕਦੀ ਹੈ ਨਾ ਹੀ ਰੁਕ ਸਕਦੀ ਹੈ। ਹੁਣ ਜੇ ਬਾਲ ਰੁਕ ਰਹੀ ਹੈ ਤਾਂ ਉਸ 'ਤੇ ਕੋਈ ਨਾ ਕੋਈ ਫੋਰਸ ਤਾਂ ਲੱਗ ਹੀ ਰਿਹਾ, ਤਾਂ ਉਹ ਕਿਹੜਾ ਫੋਰਸ ਹੈ? ਫ੍ਰਿਕਸ਼ਨ ਹੈ। ਫ੍ਰਿਕਸ਼ਨ ਜਦੋਂ ਕੋਈ ਵੀ ਦੋ ਚੀਜ਼ਾਂ ਆਪਸ 'ਚ ਕੰਟੈਕਟ ਦੇ ਵਿੱਚ ਆਉਂਦੀਆਂ ਨੇ ਤਾਂ ਫ੍ਰਿਕਸ਼ਨ ਆਪਣੇ ਆਪ ਕੰਮ ਕਰਨ ਲੱਗ ਜਾਂਦੀ ਹੈ। ਜੇ ਤੁਸੀਂ ਕਿਸੇ ਚੀਜ਼ ਨੂੰ ਮੂਵ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਫ੍ਰਿਕਸ਼ਨ ਕੀ ਹੈ? ਉਹਨੂੰ ਰੋਕਣ ਦੀ ਕੋਸ਼ਿਸ਼ ਕਰੂਗੀ। ਆਪਾਂ ਜਿਸ ਡਾਇਰੈਕਸ਼ਨ 'ਚ ਕੰਮ ਕਰਨਾ ਚਾਹੁੰਦੇ ਹਾਂ ਫ੍ਰਿਕਸ਼ਨ ਉਹ ਤੋਂ ਆਪੋਜ਼ਿਟ ਡਾਇਰੈਕਸ਼ਨ 'ਚ ਕੰਮ ਕਰਦੀ ਹੈ। In all the above cases, a force is responsible to change the states of motion of the body, known as force of friction। In the above examples, force of friction comes into play when ball moves over the ground। Force of friction is the contact force between two surfaces when one move over the other। Friction always opposes the motion of the body and acts opposite to direction of motion of the body। ठीक है, ये पढ़े अपन ने कॉन्टैक्ट फोर्सेस। ਹੁਣ ਨੈਕਸਟ ਲੈਕਚਰ 'ਚ ਆਪਾਂ ਕਰਾਂਗੇ ਅੱਗੇ ਨॉन कॉन्टैक्ट फोर्सेस। आई होप पूरे तक तो थानू चैप्टर समझ आ गया होएगा। थैंक यू।